ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡੇ ਸਾਰਿਆਂ ਦਾ ਹੈਡਲਾਈਨ ਕੈਨੇਡਾ ਦੀ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ। ਟੋਰਾਂਟੋ ਤੋਂ ਮੈਂ ਜਸਲੀਨ ਕੌਰ ਹਾਜ਼ਰ ਹਾਂ। ਕੋਵਿਡ-19 ਸੰਬੰਧੀ ਅੱਜ ਕੀ ਕੁਝ ਰਿਹਾ ਖਾਸ। ਕੈਨੇਡਾ ਦੇ ਵਿੱਚ ਹੁਣ ਤੱਕ ਕਿੰਨੇ ਕੇਸਿਸ ਕਨਫਰਮ ਹੋ ਚੁੱਕੇ ਨੇ ਅਤੇ ਕਿੰਨੀਆਂ ਡੈਥਸ ਰਿਪੋਰਟ ਹੋ ਚੁੱਕੀਆਂ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅੱਜ ਕੀ ਨਵਾਂ ਐਲਾਨ ਕੀਤਾ ਗਿਆ, ਇਸੇ ਤੇ ਆਧਾਰਿਤ ਰਹੇਗੀ ਸਾਡੀ ਅੱਜ ਦੀ ਇਹ ਖਾਸ ਪੇਸ਼ਕਸ਼। ਕੈਨੇਡਾ ਵਿੱਚ ਕੋਵਿਡ-19 ਦੇ 98,000 ਤੋਂ ਉੱਪਰ ਕੇਸਿਸ ਪੋਜ਼ਿਟਿਵ ਕਨਫਰਮ ਹੋ ਚੁੱਕੇ ਨੇ ਅਤੇ 8,000 ਤੋਂ ਉੱਪਰ ਡੈਥਸ ਰਿਪੋਰਟ ਹੋ ਚੁੱਕੀਆਂ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਇੱਕ ਵਾਰੀ ਫਿਰ ਤੋਂ ਆਟਵਾ ਦੇ ਵਿੱਚ ਮੀਡੀਆ ਨੂੰ ਸੰਬੋਧਨ ਕੀਤਾ, ਜਿਸ ਦੌਰਾਨ ਉਹਨਾਂ ਨੇ ਕਿਹਾ ਕਿ ਫੈਡਰਲ ਸਰਕਾਰ ਵੱਲੋਂ ਲੌਂਗ ਟਰਮ ਕੇਅਰ ਸੈਂਟਰਸ ਦੇ ਵਿੱਚ ਮਿਲਟਰੀ ਏਡ ਜੂਨ 26 ਤੱਕ ਐਕਸਟੈਂਡ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੇ ਕਈ ਦਿਨਾਂ ਤੋਂ ਓਨਟਾਰੀਓ ਅਤੇ ਕਿਊਬੈਕ ਦੇ ਲੌਂਗ ਟਰਮ ਕੇਅਰ ਸੈਂਟਰਸ ਦੇ ਵਿੱਚ ਮਿਲਟਰੀ ਅਸਿਸਟ ਕਰ ਰਹੀ ਹੈ। Over the past few months, our government has been working with the provinces on providing care for seniors and the most vulnerable. This includes by deploying members of the Canadian Armed Forces to certain long-term care facilities. In Ontario and Quebec, we are extending this deployment to June 26th. Our women and men in uniform are doing a remarkable job. Their help is still needed, so we're making sure that our elders continue to have this vital support. ਫੈਡਰਲ ਸਰਕਾਰ ਵੱਲੋਂ ਬੀਤੇ ਦਿਨੀ ਮਿਊਨਿਸਪੈਲਿਟੀਜ਼ ਲਈ ਐਲਾਨੀ ਗਈ $2.2 ਬਿਲੀਅਨ ਦੀ ਫੰਡਿੰਗ ਵਿੱਚੋਂ ਰੀਜਨ ਆਫ ਪੀਲ ਨੂੰ $41 ਮਿਲੀਅਨ ਅਤੇ ਬ੍ਰੈਂਪਟਨ ਨੂੰ $18 ਮਿਲੀਅਨ ਦੀ ਫੰਡਿੰਗ ਦਿੱਤੀ ਗਈ ਹੈ। ਇਸ ਸੰਬੰਧੀ ਹੋਰ ਜਾਣਕਾਰੀ ਲਈ ਸਾਡੇ ਨਾਲ ਲਾਈਨ ਤੇ ਮੌਜੂਦ ਹਨ ਫੈਡਰਲ ਹੈਲਥ ਕਮੇਟੀ ਦੇ ਮੈਂਬਰ ਅਤੇ ਬ੍ਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ। ਸਤਿ ਸ਼੍ਰੀ ਅਕਾਲ ਸੋਨੀਆ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ PTC ਪੰਜਾਬੀ ਤੇ। ਸਤਿ ਸ਼੍ਰੀ ਅਕਾਲ ਜਸਨੀਤ ਜੀ, ਸਾਰੇ ਹੀ PTC ਦੇ ਵਿਅਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋਨੀਆ ਜੀ, ਸਭ ਤੋਂ ਪਹਿਲਾਂ ਤੁਹਾਡੇ ਤੋਂ ਜਾਣਨਾ ਚਾਹਾਂਗੇ, ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਨਾਉਂਸ ਕੀਤਾ ਸੀਗਾ ਕਿ ਮਿਊਨਿਸਪੈਲਿਟੀਜ਼ ਨੂੰ $2.2 ਬਿਲੀਅਨ ਦੀ ਫੰਡਿੰਗ ਦਿੱਤੀ ਜਾਏਗੀ। ਹੁਣ ਰੀਜਨਸ ਨੂੰ ਔਰ ਸਿਟੀਜ਼ ਨੂੰ ਉਹ ਫੰਡਿੰਗ ਦਿੱਤੀ ਗਈ ਹੈ। ਜਾਣਨਾ ਚਾਹਾਂਗੇ ਕਿਹੜੇ ਰੀਜਨਸ ਨੂੰ ਫੰਡਿੰਗ ਪਹੁੰਚੀ ਹੈ ਅਤੇ ਬ੍ਰੈਂਪਟਨ ਨੂੰ ਜਿਹੜੀ ਫੰਡਿੰਗ ਆਈ ਹੈ, ਜਿਹੜੀ ਰੀਜਨ ਆਫ ਪੀਲ ਨੂੰ ਫੰਡਿੰਗ ਆਈ ਹੈ, ਉਹ ਕਿਸ ਤਰ੍ਹਾਂ ਯੂਜ਼ ਕੀਤੀ ਜਾਏਗੀ। ਉਹਦੇ ਵਿੱਚ ਮੈਂ ਦੱਸਣਾ ਚਾਹੂੰਗੀ ਕਿ $18 ਮਿਲੀਅਨ ਬ੍ਰੈਂਪਟਨ ਨੂੰ ਮਿਲੇ ਹੈਗੇ ਆ। ਉਹਦੇ ਵਿੱਚ $41 ਮਿਲੀਅਨ ਰੀਜਨ ਆਫ ਪੀਲ ਨੂੰ ਮਿਲੇ ਹੈਗੇ ਆ, ਜਿਹਦੇ ਵਿੱਚ ਤੁਸੀਂ ਪਾਰਕਸ, ਰੋਡਸ, ਬ੍ਰਿਜਸ, ਟ੍ਰਾਂਜ਼ਿਟ ਤੁਸੀਂ ਉਹ ਮਨੀ ਉਹਦੇ ਤੇ ਸਪੈਂਡ ਕਰ ਸਕਦੇ ਹੋ। ਸੋ ਸਿਟੀ ਨੂੰ ਜ਼ਿਆਦਾ ਪਤਾ ਹੈਗਾ ਕਿ ਸਾਨੂੰ ਇਹ ਚੀਜ਼ਾਂ ਚੋਂ ਕਿੱਥੇ ਅਸੀਂ ਮਨੀ ਕਰਨੀ, ਪਰ $18 ਮਿਲੀਅਨ ਜਿਹੜਾ ਹੈਗਾ ਫੈਡਰਲ ਸਰਕਾਰ ਵੱਲੋਂ ਬ੍ਰੈਂਪਟਨ ਸਿਟੀ ਨੂੰ ਮਿਲਿਆ ਹੈਗਾ ਤੇ $41 ਮਿਲੀਅਨ ਰੀਜਨ ਆਫ ਪੀਲ ਨੂੰ ਮਿਲਿਆ ਹੈਗਾ ਜੀ। ਜੀ ਬੀਇੰਗ ਅ ਮੈਂਬਰ ਪਾਰਲੀਮੈਂਟ, ਕਿਸ ਤਰ੍ਹਾਂ ਤੁਸੀਂ ਮੇਕ ਸ਼ੋਰ ਕਰੋਗੇ ਕਿ ਸਿਟੀ ਸਹੀ ਜਗ੍ਹਾ ਪੈਸੇ ਲਗਾ ਰਹੀ ਹੈ ਔਰ ਜਿਸ ਤਰ੍ਹਾਂ ਕਿ ਲੌਂਗ ਟਰਮ ਕੇਅਰ ਸੈਂਟਰਸ ਹੋ ਗਏ ਜਾਂ ਫਿਰ ਬ੍ਰੈਂਪਟਨ ਟ੍ਰਾਂਜ਼ਿਟ, ਜਿਸ ਤਰ੍ਹਾਂ ਤੁਸੀਂ ਕਿਹਾ ਹੈਗਾ, ਜਿਹੜੇ ਲੋਕਾਂ ਨੂੰ ਸਿਟੀ ਨੂੰ ਜ਼ਰੂਰਤ ਹੈਗੀ ਹੈ, ਸਹੀ ਜਗ੍ਹਾ ਇਹ ਪੈਸੇ ਲਗਾਏ ਜਾਣ। ਇਹਦੇ ਵਿੱਚ ਮੈਂ ਇੱਕ ਗੱਲ ਜ਼ਰੂਰ ਕਲੀਅਰ ਕਰਨਾ ਚਾਹੂੰਗੀ। ਦੇਖੋ ਜਸਮੀਨ ਜੀ, 3 ਲੈਵਲ ਆਫ ਗਵਰਨਮੈਂਟ, ਮਿਊਨਿਸਪੈਲਿਟੀਜ਼ ਸਾਡੀਆਂ ਪ੍ਰੋਵਿੰਸ਼ੀਅਲ ਸਰਕਾਰਾਂ ਤੇ ਫੈਡਰਲ ਗਵਰਨਮੈਂਟ, ਜਦੋਂ ਤਿੰਨੋਂ ਲੈਵਲ ਰਲ ਕੇ ਕੰਮ ਕਰਨਗੇ ਉਹਦੇ ਤੇ ਨੈਚੁਰਲੀ ਕਮਿਊਨਿਟੀ ਫਲਰਿਸ਼ ਕਰੂਗੀ। ਸੋ ਇਹਦੇ ਵਿੱਚ ਜੇ ਲੌਂਗ ਟਰਮ ਕੇਅਰ ਦੀ ਗੱਲ ਕਰੀਏ, ਉਹ ਅੰਡਰ ਪ੍ਰੋਵਿੰਸ਼ੀਅਲ ਆਉਂਦੇ ਹੈਗੇ ਆ ਤੇ ਕੁਝ ਰੀਜਨ ਆਫ ਪੀਲ ਦੇ ਵੀ ਹੈਗਾ, ਪਰ ਮੇਨਲੀ ਜਿਹੜੇ ਹੈਗੇ ਪ੍ਰੋਵਿੰਸ਼ੀਅਲ ਜੁਰਿਸਡਿਕਸ਼ਨ ਹੈਗੀ ਆ। ਸੋ ਫੈਡਰਲ ਵੱਲੋਂ ਹੈਲਪ ਮਿਲਦੀ ਹੈਗੀ ਹੈ। ਜਿਵੇਂ ਮਿਊਨਿਸਪੈਲਿਟੀਜ਼ ਨੂੰ ਪਹਿਲਾਂ ਵੀ ਮਿਲਿਆ ਸੀ ਗੈਸ ਟੈਕਸ ਫੰਡ, ਹੁਣ ਵੀ ਜਿਹੜਾ 18 ਮਿਲੀਅਨ ਹੁਣ ਮਿਲਿਆ ਹੈਗਾ। ਸੋ ਇਹਦੇ ਵਿੱਚ ਸਿਟੀ ਨੂੰ ਪਤਾ ਹੈਗਾ ਕਿ ਸਾਡੀ ਸਿਟੀ ਨੂੰ ਕਿੱਥੇ ਜ਼ਰੂਰਤਾਂ ਹੈਗੀਆਂ, ਸਾਡੇ ਰੈਜ਼ੀਡੈਂਟਸ ਨੂੰ, ਤਾਂ ਕਿ ਉੱਥੇ ਖਰਚ ਕਰ ਸਕੀਏ। ਇੱਕ ਮੈਂ ਹੋਰ ਇਹਦੇ ਵਿੱਚ ਬ੍ਰੈਂਪਟਨ ਡਾਊਨਟਾਊਨ ਟ੍ਰਾਂਜ਼ਿਟ ਹੱਬ ਵਾਸਤੇ ਉਹ ਵੀ ਸਾਡੀ ਬਹੁਤ ਜ਼ਰੂਰਤ ਹੈਗੀ ਆ। ਉਹਦੇ ਵਿੱਚ ਵੀ ਅਸੀਂ ਕਰ ਰਹੇ ਹਾਂ ਕਿ ਫੈਡਰਲ ਵੱਲੋਂ ਹੋਰ ਜਿਹੜੀ ਆ ਉਹ ਅਸੀਂ ਇਸ ਪ੍ਰੋਜੈਕਟ ਨੂੰ ਪੁਸ਼ ਕਰਕੇ ਲਿਆਂਦਾ ਜਾਵੇ, ਤਾਂ ਕਿ ਜੋ ਸਾਡੇ ਜਿਹੜੇ ਕਾਫੀ ਲੋਕ ਜਿਹੜੇ ਟ੍ਰਾਂਜ਼ਿਟ ਨੂੰ ਯੂਜ਼ ਕਰਦੇ ਹੈਗੇ ਆ, ਉਹਨਾਂ ਨੂੰ ਹੈਲਪ ਮਿਲ ਸਕੇ। ਸੋ ਇਹਦੇ ਵਿੱਚ ਅਸੀਂ ਵੀ ਸਾਰੇ MPs ਜਿੰਨੇ ਵੀ ਪ੍ਰੋਜੈਕਟ ਸਾਨੂੰ ਮਿਲਦੇ ਹੈਗੇ, ਅਸੀਂ ਉਹ ਪੁਸ਼ ਕਰਕੇ ਫੰਡਿੰਗ ਲਿਆਂਦੇ ਹੈਗੇ ਆ। ਸੋ all 3 ਲੈਵਲ ਮਿਊਨਿਸਪੈਲਿਟੀਜ਼ ਜਿਹੜੀ ਉਹ ਪਲਾਨ ਬਣਾਉਂਦੀ ਆ ਤੇ ਪ੍ਰੋਵਿੰਸ਼ੀਅਲ ਤੇ ਫੈਡਰਲ ਸਰਕਾਰਾਂ ਰਲ ਕੇ ਜਦੋਂ ਕੰਮ ਕਰਦੀਆਂ, ਆਫ ਕੋਰਸ ਬ੍ਰੈਂਪਟਨ ਫਲਰਿਸ਼ ਕਰੇਗਾ। ਤੇ ਇਹਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਬ੍ਰੈਂਪਟਨ ਦੇ ਵਿੱਚ ਡਾਊਨਟਾਊਨ ਦੇ ਵਿੱਚ ਟ੍ਰਾਂਜ਼ਿਟ ਹੱਬ ਵਾਸਤੇ ਵੀ ਅਸੀਂ ਸਾਰੇ ਹੀ ਬਹੁਤ ਪੁਸ਼ ਕਰ ਰਹੇ ਹੈਗੇ ਆ, ਫੈਡਰਲ MP। ਸੋ ਇਹਦੇ ਵਿੱਚ ਜਿਵੇਂ ਪਿੱਛੇ ਜੇ ਵੀ ਟ੍ਰਾਂਜ਼ਿਟ ਤੁਸੀਂ ਦੇਖਿਆ ਗਿਆ, ਪਿਛਲੇ ਟਰਮ ਦੇ ਵਿੱਚ ਵੀ ਕਾਫੀ ਜਿਹੜੇ ਮਿਲੀਅਨਸ ਆਫ ਡਾਲਰਸ ਜਿਹੜੇ ਟ੍ਰਾਂਜ਼ਿਟ ਦੇ ਵਿੱਚ ਆਏ ਆ, ਪਰ ਸਾਨੂੰ ਬ੍ਰੈਂਪਟਨ ਡਾਊਨਟਾਊਨ ਦੇ ਵਿੱਚ ਟ੍ਰਾਂਜ਼ਿਟ ਹੱਬ ਦੀ ਵੀ ਕਾਫੀ ਲੋੜ ਹੈਗੀ ਆ, ਤਾਂ ਕਿ ਜਿਹੜੇ ਯੂਨੀਵਰਸਿਟੀਜ਼ ਜਿਹੜੀ ਹੈਗੀ ਆ ਉੱਥੇ ਸਟੂਡੈਂਟਸ ਉਹਨਾਂ ਨੂੰ ਵੀ ਫਾਇਦਾ ਹੋ ਸਕੇ, ਜਾਂ ਬ੍ਰੈਂਪਟਨ ਡਾਊਨਟਾਊਨ ਜਾਣ ਵਾਲਿਆਂ ਨੂੰ ਵੀ। ਜਿਵੇਂ ਤੁਸੀਂ ਦੇਖਿਆ ਹੈਗਾ ਗੋ ਸਟੇਸ਼ਨ ਵੀ ਹੈਗਾ। ਸੋ
ਬਰੈਂਪਟਨ ਜਿਹੜਾ ਡਾਊਨਟਾਊਨ ਉਹ ਵੀ ਫਲਰਿਸ਼ ਹੋ ਸਕੇ, ਬਿਜ਼ਨਸ ਨੂੰ ਵੀ ਫਾਇਦਾ ਹੋ ਸਕੇ। ਸੋ ਇਹਦੇ ਕਰਕੇ ਜਿਹੜੇ ਪ੍ਰੋਜੈਕਟ ਆ ਉਹ ਅਸੀਂ ਇੰਡੀਵਿਜੂਅਲੀ ਵੀ ਪੁਸ਼ ਕਰਦੇ ਆ ਫੈਡਰਲ ਲੈਵਲ ਤੋਂ, ਪਰ ਇਹ ਜਿਹੜੀ ਮਨੀ ਹੈਗੀ ਆ ਇਹ ਸਿਟੀ ਨੂੰ ਮਿਲੀ ਹੈਗੀ ਆ, ਉਹ ਤਾਂ ਕਿ ਉਹ ਸਿਟੀ ਦੇਖ ਸਕੀਏ ਕਿ ਉਹਨਾਂ ਨੂੰ ਕਿੱਥੇ ਜ਼ਰੂਰਤਾਂ ਹੈਗੀਆਂ, ਤਾਂ ਕਿ ਉੱਥੇ ਉਹ ਆਪਣੀ ਜਿਹੜੀ ਉਹ ਇਨਵੈਸਟਮੈਂਟ ਕਰ ਸਕਣ ਤੇ ਰੈਜ਼ੀਡੈਂਟਸ ਨੂੰ ਇਹ ਬੈਨੀਫਿਟ ਹੋ ਸਕੇ ਜੀ। ਜੀ ਜੀ ਬਿਲਕੁਲ। ਦੇਖਿਆ ਜਾਏ ਤਾਂ ਰੀਸੈਂਟਲੀ ਇੱਕ ਹੋਰ ਰਿਪੋਰਟ ਰਿਲੀਜ਼ ਕੀਤੀ ਗਈ ਸੀ ਜਿਸ ਵਿੱਚ ਬਰੈਂਪਟਨ ਨੂੰ ਦੁਬਾਰਾ ਹੌਟਸਪੌਟ ਡਿਕਲੇਅਰ ਕੀਤਾ ਗਿਆ ਹੈ। ਕਿਸ ਤਰ੍ਹਾਂ ਤੁਸੀਂ ਮੇਕ ਸ਼ੋਰ ਕਰ ਰਹੇ ਹੋ, ਬਿਕੋਜ਼ ਤੁਸੀਂ ਫੈਡਰਲ ਹੈਲਥ ਕਮੇਟੀ ਦੇ ਮੈਂਬਰ ਹੈਗੇ ਹੋ, ਤੁਹਾਡੀ ਹੈਲਥ ਆਫੀਸ਼ੀਅਲਸ ਦੇ ਨਾਲ ਵੀ ਮੀਟਿੰਗ ਹੁੰਦੀ ਰਹਿੰਦੀ ਹੈ, ਕਿਸ ਤਰ੍ਹਾਂ ਤੁਹਾਡੇ ਵੱਲੋਂ ਮੇਕ ਸ਼ੋਰ ਕੀਤਾ ਜਾ ਰਿਹਾ ਹੈ ਕਿ ਬਰੈਂਪਟਨ ਨੂੰ ਹੌਟਸਪੌਟ ਜਿਹੜਾ ਡਿਕਲੇਅਰ ਕੀਤਾ ਗਿਆ ਹੈ, ਬਰੈਂਪਟਨ ਦੇ ਵਿੱਚ ਕੇਸਿਸ ਜਲਦੀ ਘਟਾਏ ਜਾਣ? ਬਿਲਕੁਲ ਜੀ, ਮੋਰ ਦੈਨ 26 ਮੀਟਿੰਗਸ ਜਿਹੜੀਆਂ ਸਾਡੀ ਹੈਲਥ ਕਮੇਟੀ ਦੇ ਵਿੱਚ ਕੋਵਿਡ-19 ਦੇ ਗਵਰਨਮੈਂਟ ਦਾ ਰਿਸਪੌਂਸ ਉਹਦੇ ਬਾਰੇ ਹੋ ਚੁੱਕੀਆਂ ਹਨ। ਤੇ ਉਹਦੇ ਵਿੱਚ ਜਿਵੇਂ ਤੁਸੀਂ ਕਿਹਾ ਹੈਗਾ ਕਿ ਬਰੈਂਪਟਨ ਹੌਟਸਪੌਟ ਹੈਗਾ ਪੀਲ ਏਰੀਆ, ਤੇ ਉਹਦੇ ਵਿੱਚ ਜਿਹੜੀ ਮੈਂ ਹੋਰ ਜਾਣਕਾਰੀ ਦੇਣੀ ਚਾਹੂੰਗੀ ਕਿ ਬਰੈਂਪਟਨ ਸਾਊਥ ਦੇ ਵਿੱਚ ਜਿਹੜਾ ਹੈਗਾ ਸਾਊਥ ਫਲੈਚਰ, ਉਹਦੇ 'ਚ ਅਸੈਸਮੈਂਟ ਸੈਂਟਰ ਬਣਨ ਜਾ ਰਿਹਾ ਹੈ ਕਿ ਕੋਵਿਡ-19 ਦੇ ਜੇ ਕੋਈ ਵੀ ਟੈਸਟ ਕਰਾਉਣਾ ਚਾਹੁੰਦਾ ਹੋਵੇ ਤਾਂ ਉੱਥੇ ਉਹ ਜਾ ਕੇ ਈਵਨ ਦੋ ਚੱਲ ਕੇ ਵੀ ਜਾ ਕੇ ਕਰਵਾ ਸਕਦੇ ਹੈਗੇ ਆ। ਸੋ ਇਹ ਨਵੀਂ ਜਿਹੜੀ ਇਨਫੋਰਮੇਸ਼ਨ ਹੈਗੀ 16 ਜੂਨ ਨੂੰ ਖੁੱਲਣ ਜਾ ਰਿਹਾ ਜੀ, ਤਾਂ ਕਿ ਜਿੰਨੀ ਜ਼ਿਆਦਾ ਚੈਕਿੰਗ ਹੋਊਗੀ ਉਨੀ ਜ਼ਿਆਦਾ ਕੰਟਰੋਲ ਜਿਹੜਾ ਉਹ ਜ਼ਿਆਦਾ ਹੋ ਸਕੂਗਾ। ਬਾਕੀ ਮੈਂ ਰੈਜ਼ੀਡੈਂਟਸ ਨੂੰ ਜ਼ਰੂਰ ਅਪੀਲ ਕਰਨਾ ਚਾਹੂੰਗੀ ਕਿ ਤੁਸੀਂ ਹੈਲਥ ਐਕਸਪਰਟਸ ਨੂੰ ਸੁਣੋ, ਪ੍ਰੀਕਾਸ਼ਨਸ ਲਓ, ਤਾਂ ਹੀ ਅਸੀਂ ਇਸ ਤੇ ਕੰਟਰੋਲ ਕਰ ਸਕਾਂਗੇ। ਜੇ ਅਸੀਂ ਨਾਨ ਸਰਜੀਕਲ ਮਾਸਕ, ਇਹ ਸਾਡੀ ਸ਼ੀਲਡ ਹੈਗੀ ਆ, ਸਾਨੂੰ ਜ਼ਰੂਰ ਪਾਉਣੇ ਚਾਹੀਦੇ ਆ, ਤੇ ਹੈਂਡ ਵਾਸ਼ ਜਿਹੜਾ, ਇਹ ਜਿਹੜੀ ਪ੍ਰੀਕਾਸ਼ਨਸ ਅਸੀਂ ਲਵਾਂਗੇ, ਫਿਜ਼ੀਕਲ ਡਿਸਟੈਂਸ ਰੱਖਾਂਗੇ, ਤੇ ਇਹ ਸਾਨੂੰ ਜਿੰਨੀ ਦੇਰ ਵੈਕਸੀਨ ਨਹੀਂ ਮਿਲਦੀ ਸਾਨੂੰ ਇਹ ਕਰਨਾ ਪੈਣਾ ਹੀ ਹੈਗਾ। ਜਿਵੇਂ ਕਿ ਤੁਸੀਂ ਦੇਖਿਆ ਹੈਗਾ ਪੀਲ ਏਰੀਆ ਦੇ ਵਿੱਚ, ਜਿਹੜਾ ਬਰੈਂਪਟਨ ਦੇ ਵਿੱਚ ਕਾਫੀ ਹੌਟ ਸਪੌਟਸ ਹੈਗੇ ਆ, ਅਸੀਂ ਤਾਂ ਹੀ ਇਹਦੇ ਤੇ ਕੰਟਰੋਲ ਕਰ ਸਕਾਂਗੇ ਜੇ ਅਸੀਂ ਪ੍ਰੀਕਾਸ਼ਨਸ ਲਵਾਂਗੇ। ਸਾਨੂੰ ਆਪਣੇ ਹੈਲਥ ਐਕਸਪਰਟਸ ਨੂੰ ਜ਼ਰੂਰ ਸੁਣਨਾ ਚਾਹੀਦਾ ਹੈਗਾ। ਜੇ ਕੋਈ ਪੀਲ ਹੈਲਥ ਵੱਲੋਂ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਜੇ ਤੁਹਾਨੂੰ ਕੋਈ ਸਿੰਪਟਮਸ ਹੈਗਾ, ਪਰ ਜਿੰਨਾ ਵੀ ਇਸੇ ਕਰਕੇ ਐਕਸੈਸਿਬਿਲਿਟੀ ਜ਼ਿਆਦਾ ਵਧਾ ਦਿੱਤੀ ਗਈ ਹੈ ਟੈਸਟਿੰਗ ਸੈਂਟਰਸ ਦੀ, ਜਿਹੜਾ ਕਿ ਸਾਊਥ ਫਲੈਚਰ ਦੇ ਵਿੱਚ 16 ਜੂਨ ਨੂੰ ਖੁੱਲਣ ਜਾ ਰਿਹਾ ਹੈਗਾ। ਜੇ ਕਿਸੇ ਨੂੰ ਕੋਈ ਵੀ ਸਿੰਪਟਮ ਹੋਵੇ ਤੁਸੀਂ ਉੱਥੇ ਜਾ ਕੇ ਆਰਾਮ ਨਾਲ ਤੁਸੀਂ ਆਪਣਾ ਟੈਸਟ ਕਰਵਾ ਕੇ ਇਹਦੇ ਬਾਰੇ ਹੋਰ ਤੁਸੀਂ ਆਪਣਾ ਪ੍ਰੀਕਾਸ਼ਨਸ ਲੈ ਸਕਦੇ ਹੈਗੇ ਹੋ। ਜੀ ਜੀ। ਪੀਲ ਰੀਜਨ ਵੱਲੋਂ ਆਪਣੀ ਇੰਟੀਗ੍ਰੇਟਿਡ ਸਟ੍ਰੈਟਜੀ ਅਧੀਨ ਪੌਪਅਪ ਟੈਸਟਿੰਗ ਇੰਟਰੋਡਿਊਸ ਕੀਤੀ ਗਈ ਹੈ। ਗੌਰਮਿਡੋ ਕਮਿਊਨਿਟੀ ਸੈਂਟਰ ਦੇ ਵਿੱਚ ਪੌਪਅਪ ਟੈਸਟਿੰਗ ਕੀਤੀ ਗਈ, ਹੁਣ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਫਲੈਚਰਸ ਕਮਿਊਨਿਟੀ ਸੈਂਟਰ ਦੇ ਵਿੱਚ ਵੀ ਕੀਤੀ ਜਾਏਗੀ, ਕੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਟੈਸਟਿੰਗ ਵਧਾਈ ਜਾਏਗੀ? ਕਿਉਂਕਿ ਹਾਲੇ ਵੀ ਵੱਡੀ ਗਿਣਤੀ ਦੇ ਵਿੱਚ ਲੋਕੀ ਹੈਗੇ ਨੇ ਜਿਨ੍ਹਾਂ ਨੇ ਆਪਣਾ ਕੋਵਿਡ-19 ਦਾ ਟੈਸਟ ਨਹੀਂ ਕਰਾਇਆ ਹੈ। ਬਿਲਕੁਲ ਜੀ, ਮੇਰੀ ਹੁਣੇ ਹੀ ਗੱਲ ਹੋਈ ਹੈਗੀ ਆ ਰੀਜਨ ਆਫ ਪੀਲ ਦੇ ਜਿਹੜੇ ਸੀਈਓ ਨੈਂਸੀ ਪਲਸਨੈਲੀ ਨਾਲ। ਉਹਨਾਂ ਨੇ ਵੀ ਮੈਨੂੰ ਦੱਸਿਆ ਪੌਪਅਪ ਟੈਸਟ ਜਿਵੇਂ ਕਿ ਮੋਬਾਈਲ ਵੈਨ ਦੇ ਵਿੱਚ ਕੱਲ ਜਿਹੜੇ ਗੋਰਵੇ ਕਮਿਊਨਿਟੀ ਸੈਂਟਰ ਦੇ ਵਿੱਚ ਹੋਏ ਹੈਗੇ ਆ 10 ਵਜੇ ਤੋਂ ਲੈ ਕੇ 6 ਵਜੇ ਤੱਕ। ਸੋ ਆਉਣ ਵਾਲੇ ਜਿਹੜੇ ਟਾਈਮ ਦੇ ਵਿੱਚ ਉਹ ਅਪਡੇਟ ਕਰਨਗੇ ਰੀਜਨ ਆਫ ਪੀਲ ਦੇ, ਤੁਸੀਂ ਵੈਬਸਾਈਟ ਤੇ ਜਾ ਕੇ ਵੀ ਦੇਖ ਸਕਦੇ ਹੋ ਕਿ ਅੱਜ ਮੋਬਾਈਲ ਵੈਨ ਕਿੱਥੇ ਟੈਸਟ ਕਰ ਰਹੀ ਹੈਗੀ ਆ। ਇਹ ਰੀਜਨ ਆਫ ਪੀਲ ਵੱਲੋਂ ਐਫਰਟਸ ਕੀਤੀਆਂ ਜਾ ਰਹੀਆਂ ਹੈਗੀਆਂ। ਜਿਹੜਾ ਅਸੈਸਮੈਂਟ ਸੈਂਟਰ ਖੁੱਲਣ ਜਾ ਰਿਹਾ ਹੈਗਾ ਸਾਊਥ ਫਲੈਚਰ ਦੇ ਵਿੱਚ, ਉਹ ਹਮੇਸ਼ਾ ਹੀ ਉੱਥੇ ਹੋਊਗਾ, 16 ਜੂਨ ਤੋਂ ਖੁੱਲਣ ਜਾ ਰਿਹਾ ਹੈਗਾ। ਸੋ ਇੱਕ ਐਕਸੈਸਿਬਿਲਿਟੀ ਕੀਤੀ ਜਾ ਰਹੀ ਹੈਗੀ ਰੈਜ਼ੀਡੈਂਟਸ ਲਈ, ਤਾਂ ਕਿ ਉਹ ਆਪਣਾ ਜਾ ਕੇ ਚੱਲ ਕੇ ਜਾ ਕੇ ਵੀ ਜਦੋਂ ਲੱਗਦਾ ਹੈਗਾ ਉਹਨਾਂ ਨੂੰ ਕੋਈ ਸਿੰਪਟਮਸ ਹੈਗੇ ਆ, ਜਾਂ ਤੁਹਾਨੂੰ ਲੱਗਦਾ ਹੈਗਾ ਕਿ ਕੋਈ ਕੋਵਿਡ-19 ਦਾ ਪੋਜ਼ਿਟਿਵ ਨਾ ਹੋਈਏ, ਤਾਂ ਤੁਸੀਂ ਟੈਸਟ ਕਰਵਾ ਸਕਦੇ ਹੋ। ਐਕਸੈਸਿਬਿਲਿਟੀ ਇਸੇ ਕਰਕੇ ਵਧਾਈ ਗਈ ਹੈਗੀ ਹੈ ਤਾਂ ਕਿ ਰੈਜ਼ੀਡੈਂਟਸ ਨੂੰ ਪੂਰੀ ਤਰ੍ਹਾਂ ਐਕਸੈਸ ਮਿਲ ਸਕੇ। ਜੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਰੀਸੈਂਟਲੀ ਐਲਾਨ ਕੀਤਾ ਹੈਗਾ ਹੈ ਕਿ 에ਅਰਪੋਰਟ ਦੇ ਉੱਤੇ ਹੁਣ ਸਕਰੀਨਿੰਗਸ ਕੀਤੀਆਂ ਜਾਣਗੀਆਂ। ਜਿਹੜਾ ਵੀ ਪੈਸੇਂਜਰ ਚਾਹੇ ਉਹ ਵਿਦਨ ਕੈਨੇਡਾ ਟਰੈਵਲ ਕਰ ਰਿਹਾ ਹੈ ਜਾਂ ਆਊਟਸਾਈਡ ਕੈਨੇਡਾ ਜਾਂ ਕੈਨੇਡਾ ਐਂਟਰ ਹੋ ਰਿਹਾ ਹੈ, ਉਹਦੀ ਸਕਰੀਨਿੰਗ ਜ਼ਰੂਰ ਕੀਤੀ ਜਾਏਗੀ। ਜਿਵੇਂ ਹੁਣ ਇਕੋਨਮੀ ਰੀਓਪਨ ਹੋ ਰਹੀ ਹੈਗੀ ਆ, ਹੁਣ ਜਿਵੇਂ ਤੁਸੀਂ ਦੇਖੋ ਫਲਾਈਟਸ ਵੀ ਜਿਹੜੀਆਂ ਹੁਣ ਜ਼ਿਆਦਾ ਆ ਰਹੀਆਂ ਹੈਗੀਆਂ ਹੋਰ ਕੰਟਰੀਜ਼ ਤੋਂ। ਸੋ ਜਿਹੜੇ ਬਾਹਰੋਂ ਵੀ ਆਉਣਗੇ ਜਿਹੜੇ ਸਾਡੇ ਕੈਨੇਡੀਅਨਸ, ਸੋ ਇਸੇ ਕਰਕੇ ਜਿਹੜੀ ਆ ਇਹ ਪ੍ਰੀਕਾਸ਼ਨਸ ਹੈਲਥ ਐਕਸਪਰਟਸ ਦੀ ਨੂੰ ਸੁਣ ਕੇ ਇਹ ਵਧਾਏ ਜਾ ਰਹੇ ਹੈਗੇ ਆ, ਤਾਂ ਕਿ ਅਸੀਂ ਜਿਹੜੀ ਜੇ ਸੈਕਿੰਡ ਵੇਵ ਵੀ ਆਉਂਦੀ ਹੈਗੀ ਆ ਤੇ ਉਹ ਅਸੀਂ ਕੰਟਰੋਲ ਕਰ ਸਕੀਏ, ਅਸੀਂ ਬੈਟਰ ਕੰਟਰੋਲ ਕਰ ਸਕੀਏ। ਵੀ ਆਰ ਲਰਨਿੰਗ ਫਰੋਮ ਆਵਰ ਪਾਸਟ ਐਂਡ ਦੈਨ ਅਸੀਂ ਆਪਣਾ ਬੈਟਰ ਕਰ ਸਕੀਏ ਆਉਣ ਵਾਲੇ ਟਾਈਮ ਦੇ ਵਿੱਚ, ਤਾਂ ਕਿ ਸਾਡੇ ਜਿਹੜੇ ਕੋਵਿਡ ਪੋਜ਼ਿਟਿਵ ਜਿਹੜੇ ਕੇਸਿਸ ਤੇ ਕੰਟਰੋਲ ਹੋ ਸਕੇ। ਤੇ ਅਸੀਂ ਵੀ ਆਲ ਵੈਂਟ ਥਰੂ ਅ ਲੋਟ। ਸੋ ਜੇ ਹੁਣ ਅਸੀਂ ਕੰਟਰੋਲ ਕਰਾਂਗੇ ਤੇ ਅਸੀਂ ਬੈਟਰ ਉੱਭਰ ਕੇ ਆ ਸਕਾਂਗੇ, ਸਾਡੀ ਹੈਲਥ ਬੈਟਰ ਹੋਊਗੀ। ਇੱਕ ਮੈਂ ਹੋਰ ਚੀਜ਼ ਮੈਂ ਕਹਿਣਾ ਚਾਹੂੰਗੀ, ਪਹਿਲਾਂ ਵੀ ਮੈਂ ਕਿਹਾ ਸੀ ਕਿ ਜਿਹੜੀ ਸਾਡੀ ਡਾਕਟਰ ਟਰੀਸਾ ਟੈਮ ਨੇ ਵੀ ਕਿਹਾ ਸੀਗਾ, ਜਿਹੜੀ
ਅਸੀਂ ਜਦੋਂ ਘਰ ਬੈਠੇ ਅਨਹੈਲਥੀ ਫੂਡ ਖਾਈ ਜਾਂਦੇ 34% ਜਿਹੜੀ ਸਾਡੀ ਹੈਗੀ ਆ ਉਹ ਵੱਧ ਗਈ ਹੈਗੀ ਹੈ। ਸੋ ਅਸੀਂ ਹੈਲਥੀ ਫੂਡ ਹੈਲਥੀ ਜਿਹੜੀ ਡਾਇਟ ਆ ਉਹ ਅਡਾਪਟ ਕਰੀਏ। ਇਹ ਬਹੁਤ ਜ਼ਰੂਰੀ ਹੈਗਾ ਜੀ। ਜੀ ਜੀ, ਪਰ ਜਿਸ ਤਰ੍ਹਾਂ 에ਅਰਪੋਰਟ ਸਕਰੀਨਿੰਗ ਦੀ ਗੱਲ ਕਰਾਂਗੇ, ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀ ਅੱਜ ਸਕਰੀਨਿੰਗ ਦੀ ਅਨਾਉਂਸਮੈਂਟ ਪ੍ਰਧਾਨ ਮੰਤਰੀ ਨੇ ਕੀਤੀ ਹੈ ਬਹੁਤ ਲੇਟ ਹੈਗੀ ਹੈ, ਪਹਿਲਾਂ ਹੋਣੀ ਚਾਹੀਦੀ ਸੀ? ਪਹਿਲਾਂ ਇੰਨੀਆਂ ਫਲਾਈਟਸ ਵੀ ਨਹੀਂ ਆ ਰਹੀਆਂ ਸੀਗੀਆਂ। ਹੁਣ ਜਿਵੇਂ ਰੀਓਪਨ ਹੋ ਰਹੀ ਹੈਗੀ ਆ ਇਕੋਨਮੀ, ਤੇ ਸਾਨੂੰ ਕੇਅਰਫੁਲੀ ਜਿਹੜਾ ਸਾਰਾ ਪ੍ਰੀਕਾਸ਼ਨਸ ਲੈ ਰਹੇ ਆ ਐਂਡ ਵੀ ਆਰ ਲਰਨਿੰਗ ਫਰੋਮ ਆਵਰ ਪਾਸਟ। ਅਸੀਂ ਹੈਲਥ ਐਕਸਪਰਟਸ ਨੂੰ ਸੁਣ ਰਹੇ ਹੈਗੇ ਕਿ ਕੀ ਸਾਡੇ ਲਈ ਬੈਟਰ ਹੋਊਗਾ, ਕਿਉਂਕਿ ਹੁਣ ਜਦੋਂ ਇਕੋਨਮੀ ਰੀਓਪਨ ਕਰਨ ਵਾਸਤੇ ਇਹ ਪ੍ਰੀਕਾਸ਼ਨਸ ਜਿਹੜੇ ਆ ਉਹ ਲਿੱਤੇ ਗਏ ਹੈਗੇ ਆ, ਤਾਂ ਕਿ ਅਸੀਂ ਜਿਹੜੀ ਸੈਕੰਡ ਵੇਵ ਜੇ ਆਉਂਦੀ ਹੈਗੀ ਆ ਤੇ ਉਸ ਪੂਰੀ ਤਰ੍ਹਾਂ ਨਾਲ ਅਸੀਂ ਪਹਿਲਾਂ ਤੋਂ ਹੀ ਕੰਟਰੋਲ ਕਰ ਸਕੀਏ। ਜੀ ਸੋਨੀਆ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਅਤੇ ਸਾਡੇ ਦਰਸ਼ਕਾਂ ਦੇ ਨਾਲ ਇਹ ਸਾਰੀ ਜਾਣਕਾਰੀ ਸਾਂਝੀ ਕਰਨ ਲਈ। ਥੈਂਕ ਯੂ ਐਂਡ ਪਲੀਜ਼ ਸਟੇ ਸੇਫ। ਹੈਡਲਾਈਨ ਕੈਨੇਡਾ ਵਿੱਚ ਫਿਲਹਾਲ ਸਮਾਂ ਹੋ ਗਿਆ ਹੈ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵੀ ਸਾਡੀ ਇਹ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਹੈਡਲਾਈਨ ਕੈਨੇਡਾ ਵਿੱਚ ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਕੋਵਿਡ-19 ਪੈਂਡੈਮਿਕ ਦੇ ਚੱਲਦਿਆਂ ਓਨਟਾਰੀਓ ਸਰਕਾਰ ਵੱਲੋਂ ਕੁਝ ਬਿਜ਼ਨੈਸਸ ਰੀਓਪਨ ਕੀਤੇ ਗਏ ਹਨ ਅਤੇ ਇਸ ਲਈ ਰੀਜਨਲ ਅਪਰੋਚ ਅਪਣਾਈ ਗਈ ਹੈ। ਸਿਟੀ ਗਵਰਨਮੈਂਟਸ ਦਾ, ਰੀਜਨਸ ਦਾ ਇਸ ਸੰਬੰਧੀ ਕੀ ਕਹਿਣਾ ਹੈ ਅਤੇ ਕਿਸ ਤਰ੍ਹਾਂ ਰੈਜ਼ੀਡੈਂਟਸ ਦੀ ਸੁਰੱਖਿਆ ਲਈ ਸਿਟੀ ਗਵਰਨਮੈਂਟਸ ਵੱਲੋਂ ਪ੍ਰੀਕਾਸ਼ਨਰੀ ਮੈਜਰਸ ਲਏ ਜਾ ਰਹੇ ਨੇ, ਇਸ ਸੰਬੰਧੀ ਓਕਵਿਲ ਸਿਟੀ ਕਾਉਂਸਲਰ ਜਸਵਿੰਦਰ ਸੰਧੂ ਨੇ ਸਾਡੇ ਨਾਲ ਸਕਾਈਪ ਇੰਟਰਵਿਊ ਰਾਹੀਂ ਖਾਸ ਜਾਣਕਾਰੀ ਸਾਂਝੀ ਕੀਤੀ। ਸਤਿ ਸ਼੍ਰੀ ਅਕਾਲ ਜਸਵਿੰਦਰ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੀਟੀਸੀ ਪੰਜਾਬੀ ਤੇ। ਸਤਿ ਸ਼੍ਰੀ ਅਕਾਲ ਜਸਲੀਨ, ਥੈਂਕ ਯੂ ਸੋ ਮਚ ਫॉर ਹੈਵਿੰਗ ਮੀ। ਪਲੇਜ਼ਰ। ਜਸਵਿੰਦਰ ਜੀ, ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਹੁਣ ਕੋਵਿਡ-19 ਕ੍ਰਾਈਸਿਸ ਦੇ ਚੱਲਦਿਆਂ ਧੀਰੇ-ਧੀਰੇ ਪ੍ਰੋਵਿੰਸਸ ਓਪਨ ਹੋ ਰਹੇ ਨੇ ਐਂਡ ਬੇਸ਼ੱਕ ਓਨਟਾਰੀਓ ਦੇ ਵਿੱਚ ਹਲੇ ਵੀ ਕੇਸਿਸ ਆ ਰਹੇ ਨੇ, ਲੇਕਿਨ ਕੁਝ ਬਿਜ਼ਨੈਸਸ ਦੁਬਾਰਾ ਖੋਲ੍ਹ ਦਿੱਤੇ ਗਏ ਨੇ ਓਨਟਾਰੀਓ ਦੇ ਵਿੱਚ। ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਓਨਟਾਰੀਓ ਦੇ ਰੀਓਪਨਿੰਗ ਪਲਾਨ ਬਾਰੇ ਤੁਹਾਡਾ ਕੀ ਵਿਚਾਰ ਹੈ? ਡੂ ਯੂ ਥਿੰਕ ਕਿ ਓਨਟਾਰੀਓ ਜੋ ਇਸ ਵੇਲੇ ਬਿਜ਼ਨੈਸਸ ਓਪਨ ਕਰ ਰਿਹਾ ਹੈ ਇਹ ਬਹੁਤ ਜਲਦੀ ਹੈਗਾ ਹੈ? ਮੇਰੇ ਖਿਆਲ ਦੇ ਵਿੱਚ ਇਹ ਜਲਦੀ ਨਹੀਂ ਹੈਗਾ। ਉਹਨਾਂ ਨੇ ਨਾ 3 ਸਟੈਪ ਅਪਰੋਚ ਕੀਤਾ ਹੋਇਆ, ਸਿਲੈਕਟ ਕੀਤਾ ਹੋਇਆ। ਪਹਿਲਾਂ ਕਹਿੰਦੇ ਸੀਗੇ ਸਿਲੈਕਟ ਓਪਨਿੰਗ ਕਰਾਂਗੇ, ਫਿਰ ਉਸ ਤੋਂ ਬਾਅਦ ਫਿਰ ਫਰਦਰ ਓਪਨਿੰਗ, ਫਿਰ ਉਸ ਤੋਂ ਬਾਅਦ ਫੁੱਲ ਓਪਨਿੰਗ। ਜਿੱਦਾਂ ਇਹ ਹੌਲੀ ਅਪਰੋਚ ਜਿਹੜਾ ਨੇ ਸ਼ੁਰੂ ਕੀਤਾ ਹੋਇਆ ਨਾ, ਇਟਸ ਐਕਚੁਅਲੀ ਕੁਆਇਟ ਸੇਫ। ਇੱਕ ਸਟੈਪ ਦੇ ਨਾਲ ਫਿਰ ਬਾਅਦ 'ਚ ਫਿਰ ਉਹਨਾਂ ਨੇ ਕੇਸ ਦੁਬਾਰਾ ਦੇਖਣਗੇ, ਜੇ ਉਹ ਇਨਕਰੀਜ਼ ਹੋਣਗੇ ਫਿਰ ਉਹਨਾਂ ਨੇ ਫਿਰ ਉੱਥੇ ਹਟ ਜਾਣਾ। ਆਈ ਥਿੰਕ ਦੈਟ ਵੀ're ਇਨ ਦ ਰਾਈਟ ਪਲੇਸ। ਇਹ ਹੌਲੀ ਜਿਹੜਾ ਸਲੋ ਦੇ ਨਾਲ ਨਾ ਸਲੋ ਤਰੀਕੇ ਦੇ ਨਾਲ ਇਹ ਖੋਲ ਰਹੇ ਨੇ ਚੀਜ਼ਾਂ, ਇਟਸ ਐਕਚੁਅਲੀ ਗੋਇੰ ਟੂ ਬੀ ਮਚ ਬੈਟਰ ਫॉर ਦ ਪਬਲਿਕ। ਜੀ ਜੀ, ਯੂ ਰਿਪਰੈਜ਼ੈਂਟ ਦ ਰਾਈਡਿੰਗ ਆਫ ਓਕਵਿਲ। ਕੀ ਲੱਗਦਾ ਤੁਹਾਨੂੰ ਕਿ ਓਕਵਿਲ ਕਿਸ ਤਰ੍ਹਾਂ ਇਸ ਕ੍ਰਾਈਸਿਸ ਨੂੰ ਹੈਂਡਲ ਕਰ ਰਿਹਾ ਹੈ? Oakville has done a number of different things. ਹੁਣ ਅਸੀਂ ਵੀ ਨਾ ਪ੍ਰੋਵਿੰਸ ਤੋਂ ਜਿੱਦਾਂ ਹੁਣ ਲੀਡਰਸ਼ਿਪ ਲੈ ਰਹੇ ਨੇ ਪ੍ਰੋਵਿੰਸ ਤੋਂ, ਤੇ ਸਾਡੀ ਵੀ ਅਪਰੋਚ ਜਿਹੜੀ ਪ੍ਰੋਵਿੰਸ ਦੀ 3 ਸਟੈਪ ਅਪਰੋਚ ਹੈ, ਸਾਡੀ ਵੀ 4 ਸਟੈਪ ਅਪਰੋਚ ਹੈ। ਹੁਣ ਜਿਹੜੀ ਸਿਲੈਕਟ ਓਪਨਿੰਗ ਕੀਤੀ ਹੋਈ ਆ ਸਾਡੀ ਵੀ ਉੱਦਾਂ ਹੀ ਨਾ ਸੇਫਟੀ ਦੇ ਨਾਲ, ਸਪੀਡ ਦੇ ਨਾਲ, ਜਿੰਨਾ ਕੁ ਅਸੀਂ ਸਪੀਡ ਦੇ ਸਕਦੇ ਹਾਂ ਚੀਜ਼ਾਂ ਨੂੰ, ਉਸ ਤਰ੍ਹਾਂ ਹੀ ਨਾ ਚੀਜ਼ਾਂ ਓਪਨ ਅਸੀਂ ਕਰ ਰਹੇ ਨੇ। ਹੁਣੇ ਅਸੀਂ we've just started to open up the building and development guidelines online. ਹੁਣ ਜਿਹੜਾ ਹੁਣ ਐਪਲੀਕੇਸ਼ਨਸ ਦੇ ਰਹੇ ਨੇ ਲੋਕੀ, ਜੇ ਤੁਸੀਂ ਆਪਣੇ ਘਰ ਨੂੰ ਤੁਸੀਂ ਪਹਿਲਾਂ ਇੱਥੇ ਬਣਾਉਣਾ ਹੈਗਾ, ਜੇ ਤੁਸੀਂ ਇੱਥੇ ਰੈਨੋਵੇਸ਼ਨਸ ਕਰਨੀਆਂ ਨੇ, ਪਹਿਲਾਂ ਤੁਸੀਂ ਟਾਊਨ ਹਾਲ ਨੂੰ ਜਾ ਕੇ ਉੱਥੇ ਦਿੰਦੇ ਸੀ। Now we can do those things online and we don't have the requirement of coming in person, so that reduces the problems. I've also now taken the approach of parks we open kar rahe hain, benches, basketball courts, tennis courts, all of these other kind of smaller municipal areas. Hale bhi asi lokan nu keh rahe ne, please make sure that you're keeping your safe distance, wash your hands, keep yourselves away from other people and other people that are not in your family. Stay home as much as you can. Marriage licenses are now open at the town as well. This slow approach, we are trying to make sure that the community stays as safe as possible. ਜੀ, ਕੀ ਸਿਟੀ ਗਵਰਨਮੈਂਟ ਵੱਲੋਂ ਰੈਜ਼ੀਡੈਂਟਸ ਦੇ ਨਾਲ, ਬਿਜ਼ਨੈਸਸ ਦੇ ਨਾਲ ਕੰਸਲਟੇਸ਼ਨਸ ਕੀਤੀਆਂ ਜਾ ਰਹੀਆਂ ਨੇ? ਕੀ ਫੀਡਬੈਕ ਉਹਨਾਂ ਵੱਲੋਂ ਮਿਲ ਰਿਹਾ ਹੈ? Daily, actually. People are contacting me on a daily basis, ensuring that they have the government support that they require. Taxes are still being deferred until the end of June.
We want to make sure that people are getting the support that they need. The consultation from the town's perspective is also coming from the Economic Task Force. Small businesses can obtain additional support through the Economic Task Force, either through myself or through the mayor's office. And it's just an ongoing conversation. I don't think anybody anticipated what COVID was going to be like. And it's our duty and our responsibility to make sure that we're doing it just like how I had said before, safety than all, speed than all, as much as we can converse with the community to make sure that we continue with this safe approach. ਜੀ ਜੀ ਜਸਵਿੰਦਰ ਜੀ, ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਇਸ ਕ੍ਰਾਈਸਿਸ ਦੇ ਚੱਲਦੇ ਆ ਸਮਾਲ ਬਿਜ਼ਨੈਸਿਸ ਜਿਹੜੇ ਹੈਗੇ ਨੇ ਕਾਫੀ ਚੈਲੰਜਸ ਫੇਸ ਕਰ ਰਹੇ ਨੇ, ਸੋ ਹਾਊ ਦ ਸਿਟੀ ਗਵਰਨਮੈਂਟ ਇਜ਼ ਮੇਕਿੰਗ ਸ਼ੋਰ ਕਿ ਜਿਹੜੇ ਸਮਾਲ ਬਿਜ਼ਨੈਸਿਸ ਹੈਗੇ ਨੇ ਉਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਏ? It's a really good question, Jasleen. So I just mentioned the Economic Task Force. The Economic Task Force is working with those small businesses to ensure that they not only have community involvement and the ability to reach different communities, but they also have a small Main Street program that they can have online now. Any type of online or community support that they can receive by additional marketing. And ensuring that they have a voice to come back to make sure that they are receiving the funding that they require from the federal and provincial government. A lot of time, the small business, especially what I've been hearing lately, that they don't have access to the information. They're not understanding what's available to them. We ensure that we're providing that information to them on a daily basis or a weekly basis whenever they need it. And we're making sure that they have the ability to reach out to their local government. I just had a gym owner, a local gym owner last week reach out and say that they didn't know what was available to them, and I was happy to set them up with our federal representative here so that they had that support going forward. The town is providing any landowners with a deferment of their tax payment as well, so that we can continue to provide the support locally as much as we can. ਜੀ ਜੀ ਜਸਵਿੰਦਰ ਜੀ, ਰੀਸੈਂਟਲੀ ਫੈਡਰਲ ਸਰਕਾਰ ਵੱਲੋਂ ਸਿਟੀਜ਼ ਦੇ ਮਦਦ ਲਈ $2.2 ਬਿਲੀਅਨ ਦੀ ਫੰਡਿੰਗ ਐਲਾਨੀ ਗਈ ਹੈ। ਕਿਸ ਤਰ੍ਹਾਂ ਓਕਵਿਲ ਸਿਟੀ ਨੂੰ ਇਸ ਫੰਡਿੰਗ ਦੇ ਨਾਲ ਹੈਲਪ ਮਿਲੇਗੀ? That's also a very good question. ਹੁਣ ਇਹ ਨਵੀਂ ਗੱਲ ਹੁਣ ਆਈ ਆ ਅੱਜ ਜਾਂ ਕੱਲ ਦੀ। We are going to have to sit down and see ਬਾਕੀ ਕਾਉਂਸਲ ਨਾਲ ਤੇ ਮੇਅਰ ਸਾਹਿਬ ਦੇ ਨਾਲ ਬੈਠ ਕੇ ਇਹ ਅਗਲੀ ਮੀਟਿੰਗ ਦੇ ਵਿੱਚ ਇਹ ਡਿਸਕਸ ਹੋਊਗੀ। We want to make sure that we're allocating that money for the next year and getting the support that we need internally so that we can continue the services that we have here in Oakville at the same standards that our town and our residents are used to. ਜੀ ਜੀ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਡਿਸਕਸ ਕੀਤਾ ਹੈਗਾ ਕਿ ਪ੍ਰੋਵਿੰਸਸ, ਸਿਟੀਜ਼, ਰੀਜਨਸ ਧੀਰੇ ਧੀਰੇ ਖੁੱਲ੍ਹ ਰਹੇ ਨੇ, ਐਂਡ ਜੇ ਅਸੀਂ ਗੱਲ ਕਰੀਏ ਲੋਕਲ ਪਾਰਕਸ ਦੀ ਤਾਂ ਡੈਫੀਨੇਟਲੀ ਇਸ ਵੇਲੇ ਵੈਦਰ ਵੀ ਚੰਗਾ ਹੋ ਰਿਹਾ ਹੈ, ਲੋਕੀ ਬਾਹਰ ਜਾ ਰਹੇ ਨੇ, ਦੇ ਆਰ ਸਪੈਂਡਿੰਗ ਟਾਈਮ ਵਿਦ ਦੇਅਰ ਫੈਮਿਲੀ। ਲੇਕਿਨ ਅਸੀਂ ਕੁਝ ਦਿਨ ਪਹਿਲਾਂ ਦੇਖਿਆ ਸੀਗਾ ਕਿ ਟ੍ਰਿਨਿਟੀ ਬੈਲਵੁੱਡ ਪਾਰਕਸ ਦੇ ਵਿੱਚ ਟੋਰਾਂਟੋ ਦੇ ਲੋਕੀ ਜਿਹੜੇ ਸੀਗੇ ਸੋਸ਼ਲ ਡਿਸਟੈਂਸਿੰਗ ਨੂੰ ਨਹੀਂ ਮੇਨਟੇਨ ਉਹਨਾਂ ਨੇ ਕੀਤਾ, ਜਿਸ ਤੋਂ ਬਾਅਦ ਸਿਟੀ ਵੱਲੋਂ ਪਾਰਕਸ ਦੇ ਵਿੱਚ ਸਰਕਲਸ ਬਣਾਏ ਗਏ, ਸੋਸ਼ਲ ਡਿਸਟੈਂਸਿੰਗ ਸਰਕਲਸ। ਕੀ ਓਕਵਿਲ ਵੱਲੋਂ ਵੀ ਅਜਿਹਾ ਕੁਝ ਕੀਤਾ ਜਾ ਰਿਹਾ ਹੈ? That's a great question. I think that nothing is off the table. We are open to the possibility of social distancing circles if needed. I think right now we have faith in our community to ensure that social distancing norms will continue. I know that I see it when I go out every day. I go out every single morning and go for a run, and everybody is so kind and so aware of physical distancing while on the trails and parks. One of the other things that I will mention is that with that physical distancing, we have 645 cases in Halton, and 213 of those are in Oakville. Of those 213, 199 are actually recoveries. So I'm confident that Oakville is doing a very good job at maintaining their social distance, staying home when they need to, and making sure that we're flattening this curve. I really think we're crushing it here, and we'll continue on that path. ਜੀ ਜੀ ਅਖੀਰ ਦੇ ਵਿੱਚ ਕੋਈ ਸੁਨੇਹਾ ਦੇਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? Yes, just thank you. ਤੁਹਾਡਾ ਬਹੁਤ ਧੰਨਵਾਦ. Thank you very much, everyone, for listening to the guidance. Make sure you're continuing to stay home, wash your hands, and stay home as much as you can. Thank you, everyone. Thank you, Jasleen. All right. Thank you so much for joining PTC Punjabi and sharing all this information with us. Please stay safe. Thank you. You too. Sat Shri Akal. ਸਤਿ ਸ਼੍ਰੀ ਅਕਾਲ।
ਸੋ ਹੈਡਲਾਈਨ ਕੈਨੇਡਾ ਵਿੱਚ ਇਹ ਸਨ ਅੱਜ ਦੀਆਂ ਤਾਜ਼ਾ ਖਬਰਾਂ। ਕੋਵਿਡ-19 ਅਪਡੇਟਸ ਅਸੀਂ ਲਗਾਤਾਰ ਤੁਹਾਡੇ ਤੱਕ ਪਹੁੰਚਾਉਂਦੇ ਰਾਂਗੇ। ਜਾਂਦੇ ਅਸੀਂ ਵੀ ਆਪਣੇ ਦਰਸ਼ਕਾਂ ਨੂੰ ਅਪੀਲ ਕਰਾਂਗੇ, ਹੈਲਪ ਫਲੈਟਨ ਦ ਕਰਵ, ਸਟੇ ਹੋਮ, ਸਟੇ ਸੇਫ। ਫਿਲਹਾਲ ਦਿਓ ਇਜਾਜ਼ਤ, ਧੰਨਵਾਦ।